ਸਾਹਿਬ ਜੀਓ। ਜੋਤ ਰੂਪ ਹਰ ਆਪ, ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ, ਗੁਰ ਰਾਮੈ ਦਿਓ। ਗੁਰ ਰਾਮਦਾਸ ਦਰਸ਼ਨ ਪਰਸ, ਕਿਹ ਮਥੁਰਾ ਅੰਮ੍ਰਿਤ ਬਹਿਣ। ਮੂਰਤ ਪੰਚ ਪ੍ਰਵਾਣ ਪੁਰਖ, ਗੁਰ ਅਰਜੁਨ ਭਿਖੁ ਨੈਣ। ਮੂਰਤ ਪੰਚ ਪ੍ਰਮਾਣ ਪੁਰਖ, ਗੁਰ ਅਰਜੁਨ ਭਿਖੁ ਨੈਣ। ਰਾਜਾ ਨ ਰਾਜ, ਪਾਨਾ ਨ ਪਾਨ, ਦੇਵਾ ਨ ਦੇਵ ਉਪਮਾ ਮਹਾਨ। ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ ਬਚਨ ਕਰਦੇ ਨੇ। ਸਿੱਖਾਂ ਤੇ ਆਖਾਂ ਗੁਰੂ ਅਰਜਨ ਸਾਹਿਬ ਨੂੰ, ਜਿਸ ਨੂੰ ਧਿਆਉਣ ਦੇ ਨਾਲ ਸੰਸਾਰ ਦੀ ਕਿਸੇ ਵੀ ਤਰੀਕੇ ਦੀ ਤੈਨੂੰ ਤਾਤੀ ਵਾਹ ਨਾ ਲੱਗੇਗੀ। ਆਓ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਸੁਰਤ ਜੋੜੀਏ ਗੁਰਦੇਵ ਦੇ ਚਰਨਾਂ ਦੇ ਅੰਦਰ। ਆਪੋ ਆਪਣੀ ਹਾਜ਼ਰੀ ਲਵਾਈਏ, ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਈਏ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਅਰਜਨ ਦੇਵ ਜੀਓ ਮਹਾਰਾਜ, ਜੋ ਆਪਾਂ ਨੇ ਸਰਵਣ ਕੀਤਾ ਸੀ। ਬੇਟੇ ਸਦਾ ਹੀ ਸੱਚ ਤੇ ਰਹੀ, ਸੱਚ ਦਾ ਸਾਥ ਦਈ। ਜਿਹੜੀ ਮਾਤਾ ਦੀ ਅਸੀਸ ਦਾ ਗੁਰੂ ਸਾਹਿਬ ਨੇ ਬਖਸ਼ਿਸ਼ ਕੱਲ ਸ਼ਬਦ ਬਖਸ਼ਿਆ ਸੀ, ਉਸੇ ਦੇ ਆਧਾਰ ਤੇ ਆਪਾਂ ਅੱਜ ਵਿਚਾਰ ਕਰਾਂਗੇ। ਸ਼ਬਦ ਵਿੱਚ ਸੀ, ਬੇਟਾ ਭਾਵਰ ਤੁਮਾਰਾ ਇਹੋ ਮਨ ਹੋਵੋ, ਹਰ ਚਰਣਾ ਹੋਵੋ ਕੌਲਾ। ਪਰਮਾਤਮਾ ਦਾ ਨਾਮ ਤੇਰੇ ਲਈ ਕਮਲ ਫੁੱਲ ਵਾਂਗੂ ਹੋਵੇ ਬੇਟਾ, ਅਤੇ ਤੇਰਾ ਮਨ ਉਹਦੇ ਉੱਤੇ ਭਵਰਾ ਹੋਵੇ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਮਹਾਰਾਜ ਮਾਤਾ ਦੀ ਅਸੀਸ ਲੈ ਕੇ। ਹੁਣ ਦੇਖਿਓ ਜਰਾ, ਧੰਨ ਧੰਨ ਗੁਰੂ ਨਾਨਕ ਸਾਹਿਬ ਨੇ ਜੋ ਇੱਥੇ ਮਾਤਾ ਦੀ ਅਸੀਸ ਦਾ ਜੀ ਸ਼ਬਦ ਹੈ, ਜਿਸ ਦੇ ਵਿੱਚ ਸੀ ਭਵਰ ਤੁਮਾਰਾ ਇਹੋ ਮਨ ਹੋਵੋ, ਹਰ ਚਰਣਾ ਹੋ ਕੌਲਾ। ਇਸ ਦੇ ਆਧਾਰ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ। ਉਹ ਸ਼ਬਦ ਹੈ, ਕਹਿਣ ਲੱਗੇ, ਬਿਮਲ ਮਝਾਰ ਬਸਸ ਨਿਰਮਲ ਜਲ, ਪਦਮਲ ਜਾਵਸ ਰੇ। ਪਦਮਲ ਜਾਵਲ ਜਲ ਰਸ ਸੰਗਤ, ਸੰਗ ਦੋਖ ਨਹੀਂ ਰੇ। ਇਸ ਦੇ ਅਰਥ ਨੇ। ਅਸਲ ਵਿੱਚ ਜੋ ਆ ਸ਼ਬਦ ਅੱਜ ਆਪਾਂ ਪ੍ਰਾਰੰਭ ਕਰਿਆ ਹੈ,
ਮਾਤਾ ਦੀ ਅਸੀਸ ਦਾ ਨਾਲ ਹੀ ਢੁਕਵਾਂ ਸ਼ਲੋਕ ਆ ਹੈ, ਕਿਉਂਕਿ ਅਸੀਸ ਦਾ ਸ਼ਬਦ ਸੀ, ਬੇਟਾ ਤੇਰਾ ਮਨ ਭੌਰਾ ਬਣ ਜਾਏ, ਅਸੀਂ ਉਸ ਪ੍ਰਭੂ ਦੇ ਨਾਮ ਤੇਰੇ ਲਈ ਚਰਨ ਬਣ ਜਾਣ, ਉਹ ਕਮਲ ਫੁੱਲ ਬਣ ਜਾਣ। ਅਤੇ ਇਸ ਸ਼ਬਦ ਨੂੰ ਜੇ ਆਪਾਂ ਧਾਰਨ ਕਰ ਲਈਏ, ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਦੇ ਮੈਲ ਹੀ ਨਾ ਲੱਗੇਗੀ। ਤੇ ਸ਼ਬਦ ਕਿਹੜਾ ਹੈ ਗੁਰੂ ਜੀ? ਕਹਿਣ ਲੱਗੇ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਲ ਜਾਵਸਰੇ। ਇੱਕ ਹੈ ਪਾਣੀ ਦਾ ਸਰੋਵਰ, ਅਰਥ ਪਿਆਰਿਓ ਕਹਿੰਦੇ ਇੱਕ ਹੈ ਪਾਣੀ ਦਾ ਸਰੋਵਰ। ਪਾਣੀ ਦੇ ਸਰੋਵਰ ਦੇ ਵਿੱਚ ਗਾਰ ਹੈ ਤੇ ਜਾਲਾ ਹੈ। ਗਾਰ ਤੇ ਜਾਲਾ ਅਤੇ ਪਾਣੀ, ਉਹਦੇ ਵਿੱਚੋਂ ਪ੍ਰਭੂ ਨੇ ਕਿਰਪਾ ਕਰਕੇ ਕਮਲ ਫਲ ਨੂੰ ਪੈਦਾ ਕਰ ਦਿੱਤਾ ਹੈ। ਕਮਲ ਫੁੱਲ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵਿੱਚੋਂ ਉਹਦੇ ਪੈਦਾ ਹੋਇਆ। ਬਿਮਲ ਮਝਾਰ ਬਸਸ ਨਿਰਮਲ ਜਲ, ਸਰੋਵਰ ਹੈ, ਵਿੱਚ ਗਾਰਾ ਹੈ, ਵਿੱਚ ਜਾਲਾ ਹੈ। ਇਹਨਾਂ ਦਾ ਸੰਗ ਕਰਦਿਆਂ ਹੋਇਆਂ ਵੀ ਫਿਰ ਵੀ ਕਮਲ ਦਾ ਫਲ ਇਹਨਾਂ ਨਾਲੋਂ ਵੱਖਰਾ ਹੈ। ਫਿਰ ਬਚਨ ਕਰਨ ਲੱਗੇ ਸਾਡਾ ਮਨ ਬੱਧੀ ਇੱਕ ਡੱਡੂ ਦੀ ਤਰ੍ਹਾਂ ਬਣ ਗਿਆ ਹੈ। ਕਿਵੇਂ ਗੁਰੂ ਜੀ? ਕਹਿਣ ਲੱਗੇ ਹੁਣ ਚਿੱਕੜ ਵਿੱਚ ਰਹਿਣ ਵਾਲਾ ਡੱਡੂ ਉਹ ਜਾਲੇ ਨੂੰ ਖਾਂਦਾ ਹੈ, ਨਾ ਕਿ ਕਮਲ ਦੀ ਸਾਰ ਜਾਣਦਾ ਹੈ। ਬਿਮਲ ਮਝਾਰ ਬਸਸ ਨਿਰਮਲ ਜਲ ਪਦਮਲ ਜਾਵਸਰੇ। ਹੇ ਡੱਡੂ ਮਨ ਨੂੰ, ਕਹਿਣ ਲੱਗੇ ਡੱਡੂ ਬਿਰਤੀ ਵਾਲੇ ਇਨਸਾਨ ਸਾਫ਼ ਸਰੋਵਰ ਦੇ ਸਾਫ਼ ਸੁਥਰੇ ਪਾਣੀ ਵਿੱਚ ਕੌਲ ਫਲ ਤੇ ਜਾਲਾ ਵਸਦੇ ਨੇ, ਉੱਥੇ ਜਾਲਾ ਵਸੀ ਜਾਂਦਾ ਹੈ। ਪਰ ਕਿਉਂ ਜੀ ਸੋਚ ਲੈ ਕੇ ਬੈਠਾ ਹੈ? ਪਦਮਲ ਜਾਵਲਸ ਜਲ ਰਸ ਸੰਗਤ, ਸੰਗ ਦੋਖ ਨਹੀਂ ਰੇ। ਕੋਲ ਫੁੱਲ ਉਸ ਜਾਲੇ ਦੇ ਪਾਣੀ ਤੋਂ ਵੀ ਉੱਪਰ ਹੈ। ਉਵੇਂ ਹੀ ਸੰਗਤ ਵਿੱਚ ਰਹਿੰਦਿਆਂ ਹੋਇਆਂ ਕਹਿਣ ਲੱਗੇ ਪਿਆਰੇ ਜਲ ਵਿੱਚ ਤਾਂ ਵਸਦਾ ਹੈ ਸੰਗਤ ਰੂਪੀ ਮਹਾਨਤਾ। ਉਹ ਜਿਹੜਾ ਕਮਲ ਫੁੱਲ ਨੂੰ ਪਛਾਣਿਆ ਹੀ ਨਹੀਂ, ਤੇ ਸੰਗਤ ਵਿੱਚ ਹੀ ਬੰਦਾ ਜਾਲਾ ਪਿਆ ਖਾਂਦਾ। ਦੇਖਿਓ ਹੁਣ ਕਈ ਵਾਰੀ ਬਿਰਤੀ ਇਹੋ ਜਿਹੀ ਆਈ ਜਾਂਦੀਆਂ ਨੇ, ਤੱਕਦੇ ਹੀ ਆਪਾਂ ਗਲਤੀ ਵਧਨੇ, ਕੌਣ ਫਲ ਵੱਲ ਤੱਕਦੇ ਹੀ ਨਹੀਂ। ਕਿ ਦੇਖੀ ਸਿਧਾਂਤ ਸਿੱਖਾ ਸੰਗਤ ਵਿੱਚ ਜਾਲੇ ਵੀ ਡੱਡੂ ਬਿਰਤੀ ਵਾਲੇ ਇਨਸਾਨ ਕਹਿਣ ਲੱਗੇ ਸੰਗਤ ਵਿੱਚ ਆ ਕੇ ਵੀ ਜਾਲਾ ਖਾਂਦੇ ਨੇ। ਸ਼ਬਦ ਸੀ ਪਦਮਲ ਜਾਵਸ ਜਲ ਰਸ ਸੰਗਤ, ਸੰਗ ਦੋਖ ਨਹੀਂ ਰੇ। ਪੂਤਾ ਮਾਤਾ ਦੀ ਅਸੀਸ ਮਾਤਾ ਕਿਵੇਂ ਸਮਝਾਉਂਦੀ ਹੈ? ਕਹਿਣ ਲੱਗੇ ਪਿਆਰੇ ਤਾਈਓ ਤੇਰਾ ਮਨ ਭੌਰਾ ਬਣੇਗਾ ਜੇ ਤੂੰ ਅਸਲ ਕਮਲ ਨੂੰ ਜਾਣੇਗਾ। ਅਗਲੇ ਬਚਨਾਂ ਵਿੱਚ ਕਿਹਾ ਆਹ ਜਿਹੜਾ ਕਮਲ ਦਾ ਫੁੱਲ ਹੈ ਜਾਲੇ ਤੋਂ ਅਤੇ ਇਸ ਪਾਣੀ ਤੋਂ ਨਿਰਲੇਪ ਹੈ। ਇਹਦਾ ਸਵਾਦ ਚੱਖਦਾ ਕੌਣ ਹੈ? ਕਹਿਣ ਲੱਗੇ ਦਾਦਰ ਤੂੰ ਕਬੂ ਨਾ ਜਾਣ ਸਰੇ। ਡੱਡੂ ਬਿਰਤੀ ਵਾਲੇ ਇਨਸਾਨ ਸੰਗਤ ਵਿੱਚ ਆ ਕੇ ਤੂੰ ਜਾਲਾ ਖਾਨਾ। ਇਹ ਡੱਡੂ ਬਿਰਤੀ ਵਾਲੇ ਤੂੰ ਕਦੇ ਵੀ ਸਮਝ ਨਹੀਂ ਸਕਦਾ। ਕੀ ਨਹੀਂ ਸਮਝ ਸਕਦਾ ਗੁਰੂ ਜੀ? ਕਹਿਣ ਲੱਗੇ ਡੱਡੂ ਬਿਰਤੀ ਵਾਲੇ ਨੂੰ ਕਹਿਣਾ ਵਾ ਪਖਸ ਬਿਸਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸਰੇ। ਕਹਿਣ ਲੱਗੇ ਤੂੰ ਸਾਫ ਸੁਥਰੇ ਪਾਣੀ ਵਿੱਚ ਵਸਦਾ ਹੈ। ਡੱਡੂ ਦੀ ਬਿਰਤੀ, ਡੱਡੂ ਦੀ ਸੋਚ ਵਾਲੇ ਇਨਸਾਨ ਕਹਿਣ ਲੱਗੇ ਤੂੰ ਸੰਗਤ ਰੂਪੀ ਪਾਣੀ ਵਿੱਚ ਵਸਦਾ ਹੈ, ਪਰ ਉਸ ਪਵਿੱਤਰ ਪਾਣੀ ਨੂੰ ਤੂੰ ਪਛਾਣਦਾ ਨਹੀਂ ਅਤੇ ਉਹਦਾ ਜਾਲਾ ਖਾਨਾ ਹੈ, ਅਤੇ ਉਸ ਦੇ ਵਿੱਚ ਰਹਿਣ ਵਾਲੇ ਕਮਲ ਫੁੱਲ ਦੀ ਸਾਰ ਵੀ ਨਹੀਂ ਜਾਣਦਾ। ਤੇ ਗੁਰੂ ਜੀ ਫਿਰ ਉਹਦੀ ਸਾਰ ਕੌਣ ਜਾਣਦਾ ਹੈ? ਕਹਿਣ ਲੱਗੇ ਬਸ ਜਲ ਨਿਤ ਨਾ ਵਸਤ ਅਲੀਅਲ ਮੇਰ ਚਚਾ ਗੁਨਰੇ। ਹੇ ਡੱਡੂ ਤੇਰਾ ਸਦਾ ਪਾਣੀ ਦਾ ਵਾਸ ਹੈ, ਤੇਰਾ ਪਾਣੀ ਵਿੱਚ ਮਨ ਨਹੀਂ, ਤੂੰ ਜਾਲੇ ਦੀ ਨਿਆਈ ਪਿਆ ਖਾਨਾ ਹੈ। ਦੂਜੀ ਗੱਲ ਹੈ ਉੱਤੇ ਵਸਦਾ ਹੈ ਕੌਲ ਫੁੱਲ, ਤੇ ਕੌਲ ਫੁੱਲ ਵਸਦਾ ਹੈ ਚੋਟੀ ਤੇ। ਚੋਟੀ ਤੇ ਕੌਲ ਫੁੱਲ ਵਸਦਾ ਹੈ, ਪਰ ਜਿਹੜੇ ਗਿਆਨਵਾਨ ਲੈਣ ਵਾਲੇ ਵਾਕੀ ਗੁਰਮਤ ਵਾਲੇ ਉਸ ਕੌਲ ਫੁੱਲ ਦੀ ਪਰਿਕਰਮਾ ਕਰਕੇ ਉਹਦਾ ਰਸ ਚੂਸ ਕੇ ਚਲੇ ਜਾਂਦੇ ਨੇ, ਅਤੇ ਡੱਡੂ ਬਿਰਤੀ ਵਾਲੇ ਸੰਗਤ ਵਿੱਚ ਜਾਲਾ ਹੀ ਪਏ ਖਾਂਦੇ ਨੇ। ਗੁਰੂ ਜੀ ਨੇ ਪ੍ਰਮਾਣ ਨੂੰ ਸਮਝੀ ਅਗਲਾ ਵਚਨ ਕਰਨ ਲੱਗੇ। ਕਹਿਣ ਲੱਗੇ ਚੰਦ ਕੁਮੁਦਨੀ ਦੂਰੋ ਨਿਵਸਸ ਅਨਭਉ ਕਾਰਨ ਰੇ।
ਕਹਿਣ ਲੱਗੇ ਕੰਮੀ ਚੰਦ ਨੂੰ ਦੂਰੋਂ ਤੱਕਦੀ ਹੈ, ਵੇਖ ਕੇ ਖਿੜ ਜਾਂਦੀ ਹੈ, ਸਿਰ ਨਵਾਉਂਦੀ ਹੈ, ਕਿਉਂਕਿ ਉਸ ਦੇ ਅੰਦਰ ਚੰਦ ਵਾਸਤੇ ਦਿਲੀ ਮੁਹੱਬਤ ਹੈ। ਹੁਣ ਦੇਖੀਏ, ਇਹਨੂੰ ਪੁੱਛੀਏ ਕੁਮੀ ਦੱਸ ਤਾਂ ਸਹੀ, ਉਹ ਇੰਨਾ ਦੂਰ ਹੈ, ਤੂੰ ਇੰਨੇ ਇੱਥੇ। ਉਹਦਾ ਇੱਕੋ ਹੀ ਜਵਾਬ ਹੁੰਦਾ, ਕਹਿਣ ਲੱਗੇ ਮੇਰੇ ਹਿਰਦੇ ਵਸਦਾ ਹੈ ਉਹ ਚੰਦਰ, ਇਸ ਕਰਕੇ ਮੈਂ ਦੇਖ ਕੇ ਮੇਰਾ ਮਨ ਖਿੜ ਜਾਂਦਾ ਹੈ। ਫਿਰ ਉਹਨਾਂ ਨੇ ਅਗਲਾ ਪ੍ਰਮਾਣ ਦਿੱਤਾ, ਕਹਿਣ ਲੱਗੇ ਅੰਮ੍ਰਿਤ ਖੰਡ ਦੂਧ ਮਦ ਸੰਜਸ ਤੂਬਨ ਚਾਤੁਰ ਨੇ। ਕਹਿਣ ਲੱਗੇ ਤੱਕਿਓ ਜਰਾ ਇੱਕ ਪਸ਼ੂ ਵੱਲ, ਆਪਾਂ ਗਾਂ ਦਾ ਪ੍ਰਮਾਣ ਲੈ ਲੈਂਦੇ ਹਾਂ ਜੀ। ਕਹਿਣ ਲੱਗੇ ਹੁਣ ਜਿਹੜਾ ਦੁੱਧ ਹੈ, ਇਸ ਦੁੱਧ ਦੇ ਅੰਦਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਖੰਡ ਵਰਗੀ ਮਿਠਾਸ ਹੈ, ਸ਼ਹਿਦ ਵਰਗੀ ਮਿਠਾਸ ਹੈ, ਪਰ ਕਹਿਣ ਲੱਗੇ ਜੇ ਤੇਰੀ ਬਿਰਤੀ ਹੀ ਚਿੱਚੜ ਵਾਲੀ ਹੋਈ, ਤੂੰ ਖੂਨ ਨਹੀਂ ਚੂਸੇਗਾ, ਅੰਮ੍ਰਿਤ ਦਾ ਸਵਾਦ ਤੈਨੂੰ ਨਹੀਂ ਆਉਣਾ। ਅੰਮ੍ਰਿਤ ਖੰਡ ਦੂਧ ਮਦ ਸੰਚਸ ਤੂੰ ਬਨ ਚਾਤੁਰ ਰੇ। ਕਹਿਣ ਲੱਗੇ ਬਣ ਕੇ ਦੁੱਧ ਵਿੱਚ ਪਰਮਾਤਮਾ ਖੰਡ ਤੇ ਸ਼ਹਿਦ ਵਰਗੀ ਮਿਠਾਸ ਇਕੱਠੀ ਕਰਕੇ ਰੱਖਦਾ ਹੈ ਦੁੱਧ ਦੇ ਅੰਦਰ, ਪਰ ਜਿਵੇਂ ਬਣ ਨੂੰ ਚਿੰਬੜੇ ਹੋਏ, ਉਸ ਪਸ਼ੂ ਨੂੰ ਚਿੰਬੜੇ ਹੋਏ ਚਿੱਚੜ ਨੇ ਉਹ ਲਹੂ ਦਾ ਹੀ ਸਵਾਦ ਲੈ ਰਹੇ ਨੇ। ਕਹਿਣ ਲੱਗੇ ਅੰਮ੍ਰਿਤ ਦਾ ਸਵਾਦ ਤੁਹਾਨੂੰ ਕਿੱਥੋਂ ਆ ਜਾਣਾ ਹੈ। ਹੁਣ ਸੰਗਤ ਕੀ ਹੈ? ਸੰਗਤ ਰੂਪੀ ਮੰਦਰ ਤੇ ਸੰਗਤ ਵਸੇ, ਮਸੀਤ 'ਚ ਸੰਗਤ ਵਸੇ। ਕਹਿਣ ਲੱਗੇ ਇੱਥੇ ਚਰਚਾਂ ਵਿੱਚ ਸੰਗਤ ਵਸੇ, ਇੱਥੇ ਗੁਰਦੁਆਰੇ ਅੰਦਰ ਸੰਗਤ ਵਸੇ। ਅਸਲ ਵਿੱਚ ਜੇ ਅੰਮ੍ਰਿਤ ਦਾ ਵਪਾਰੀ ਬਣਨਾ ਹੈ, ਗੁਰੂ ਨਾਨਕ ਸਾਹਿਬ ਕਹਿਣ ਲੱਗੇ ਅੰਮ੍ਰਿਤ ਵੱਲੋਂ ਵੱਧ ਤੇਰੀ ਬਿਰਤੀ ਕਿਸੇ ਡੱਡੂ ਵਰਗੀ ਨਹੀਂ, ਤੇਰੀ ਬਿਰਤੀ ਕਿਸੇ ਚਿੱਚੜ ਵਰਗੀ ਨਹੀਂ ਹੋਣੀ ਚਾਹੀਦੀ। ਆਪ ਆਪਨ ਆਪਣਾ ਆਪ ਤੂੰ ਕਬੋ ਨਾ ਛੋਡਸ, ਪਿਸਨ ਪ੍ਰੀਤ ਜਿਉਰੇ। ਇਸ ਸ਼ਬਦ ਤੋਂ ਆਪਾਂ ਪ੍ਰਮਾਣ ਆਦਿਕ ਲੈ ਲਈ। ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸੰਖੇਪ ਮਾਤਰ ਚੱਲਾਂਗੇ ਕਿਉਂਕਿ ਆਪਾਂ ਅਰਦਾਸ ਦੀ ਵਿਆਖਿਆ ਕਰ ਰਹੇ ਹਾਂ। ਹੁਣ ਜਦੋਂ ਤਿੰਨ ਭਰਾ ਨੇ, ਵੱਡਾ ਹੈ ਪ੍ਰਿਥੀ ਚੰਦ, ਉਸ ਤੋਂ ਬਾਅਦ ਹੈ ਮਹਾਦੇਵ, ਤੀਸਰੇ ਨੇ ਸਭ ਤੋਂ ਛੋਟੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਤੇ ਗੁਰੂ ਸਾਹਿਬ ਨੇ ਬਚਨ ਕੀਤਾ, ਗੁਰੂ ਰਾਮਦਾਸ ਨੇ ਕਹਿਣ ਲੱਗੇ ਪੁੱਤਰੋ ਕਾਰਜ ਹੈ ਲਾਹੌਰ ਦੇ ਵਿੱਚ, ਉਸ ਕਾਰਜ ਵਿੱਚ ਤੁਸੀਂ ਇਹਨਾਂ ਨੇ ਜਾਣਾ ਹੈ। ਤੇ ਕਹਿਣ ਲੱਗੇ ਮਹਾਦੇਵ ਨੇ ਵੀ ਹੱਥ ਬੰਨ੍ਹ ਦਿੱਤੇ, ਕਹਿੰਦੇ ਨਹੀਂ ਗੁਰਦੇਵ ਨਹੀਂ ਜਾਇਆ ਜਾਵੇਗਾ। ਪ੍ਰਿਥੀ ਚੰਦ ਕਹਿਣ ਲੱਗਿਆ ਗਰਮੀ ਨਹੀਂ ਹੈ। ਦੋਨਾਂ ਨੇ ਜਦੋਂ ਜਵਾਬ ਦਿੱਤਾ, ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਚਨ ਹੋਇਆ ਤੇ ਅੱਗੋਂ ਹੱਥ ਜੋੜ ਕੇ ਖਲੋਏ ਨੇ ਗੁਰਦੇਵ। ਕਹਿਣ ਲੱਗੇ ਸਤਿਗੁਰੂ ਤੁਸੀਂ ਬਚਨ ਕਰੋ, ਸਤ ਬਚਨ ਕਰਕੇ ਮੰਨਦਾ ਹਾਂ, ਜਦੋਂ ਬੁਲਾਉਂਗੇ ਉਦੋਂ ਹੀ ਵਾਪਸ ਪਰਤਾਂਗਾ, ਪਰ ਅੱਜ ਬਚਨ ਹੈ ਇੱਕ ਕਾਰਜ ਵਿੱਚ ਜਾਣ ਦਾ। ਗੁਰਦੇਵ ਤੁਹਾਡਾ ਬਚਨ ਸਿਰ ਮੱਥੇ, ਜਦੋਂ ਇਸ ਧਰਤੀ ਤੇ ਮੈਨੂੰ ਸੀਸ ਵੀ ਆਪਣਾ ਦੇਣਾ ਪੈ ਗਿਆ, ਮੈਂ ਫਿਰ ਵੀ ਦੇਣ ਲਈ ਸੰਕੋਚ ਨਾ ਕਰਾਂਗਾ। ਹੁਣ ਤੱਕਿਓ ਜਰਾ, ਉੱਥੇ ਜਾਂਦੇ ਨੇ। ਉਸ ਤੋਂ ਬਾਅਦ ਕਿਉਂਕਿ ਆਪਾਂ ਇੱਧਰ ਨਹੀਂ ਵਧਣਾ, ਆਪਾਂ ਅਰਦਾਸ ਦੀ ਵਿਆਖਿਆ ਕਰ ਰਹੇ ਹਾਂ, ਵਾਰ-ਵਾਰ ਮੈਂ ਬਚਨ ਕਰਦੇ ਹਾਂ, ਬੇਨਤੀ ਕਰਦੇ ਹਾਂ। ਉਸ ਤੋਂ ਬਾਅਦ ਜਦੋਂ ਬਾਬਾ ਬੁੱਢੇ ਜੀ ਨੂੰ ਭੇਜਦੇ ਨੇ, ਬਾਬਾ ਬੁੱਢਾ ਨੂੰ ਭੇਜਿਆ, ਕਹਿਣ ਲੱਗੇ ਜਾਓ ਅਰਜਨ ਨੂੰ ਲੈ ਕੇ ਆਓ। ਗੁਰੂ ਅਰਜਨ ਦੇਵ ਸਾਹਿਬ ਨੂੰ ਹੁਣ ਲੈ ਕੇ ਆਏ ਨੇ। ਹੁਣ ਦੇਖਿਓ ਇਹਨਾਂ ਦਾ ਸ਼ਰੀਕ ਨਾ ਕੋਈ ਦੁਸ਼ਮਣ ਹੈ, ਗੁਰੂ ਅਰਜਨ ਦੇਵ ਦਾ ਨਾ ਕੋਈ ਬਾਹਰੋਂ ਦੁਸ਼ਮਣ ਹੈ। ਜਿਹੜੀ ਮਨ ਵਿੱਚ ਸੜਾਂਦ ਲਈ ਬੈਠਾ ਹੈ ਉਹ ਹੈ ਸਕਾ ਵੱਡਾ ਭਰਾ। ਵੱਡਾ ਭਰਾ ਗੁਰੂ ਅਰਜਨ ਦੇਵ ਤੇ ਬੜੇ ਹੀ ਸੜਾਂਦ ਆਪਣੇ ਅੰਦਰ ਲਈ ਬੈਠਾ ਹੈ, ਕਿਉਂਕਿ ਆ ਪੁੱਤਰ ਆਗਿਆਕਾਰੀ ਹੈ। ਪਤਾ ਇਸ ਨੂੰ ਲੱਗਣ ਲੱਗ ਪਿਆ ਵੀ ਦਰ ਕਰਦਾ ਮਾਲਕ ਕਿਤੇ ਨਾ ਕਿਤੇ ਮੇਰਾ ਪਿਤਾ ਛੋਟੇ ਨੂੰ ਹੀ ਬਣਾਵੇਗਾ। ਹੁਣ ਕਿਹੜੀ ਚੀਜ਼ ਹੈ ਜਿਹੜੀ ਇਸ ਨੇ ਉੱਥੇ ਨਹੀਂ ਕੀਤੀ? ਮਨ ਵਿੱਚ ਸੜਾਂਦ ਪੈਦਾ ਕਰਨ ਲੱਗ ਪਿਆ, ਜਿਵੇਂ ਆਪਾਂ ਕਹਿੰਦੇ ਹਾਂ ਘਰ ਵਿੱਚ ਕਲੇਸ਼ ਪੈਦਾ ਕਰਨ ਲੱਗ ਪਿਆ। ਹੁਣ ਜਦੋਂ ਘਰ ਵਿੱਚ ਕਲੇਸ਼ ਪੈਦਾ ਕੀਤਾ ਹੈ, ਗੁਰੂ ਅਰਜਨ ਦੇਵ ਤੇ ਇਹਦੀ ਸੜਾਂਦ ਰਹਿੰਦੀ ਹੈ ਵੱਡੇ ਭਰਾ ਦੀ। ਜਦੋਂ ਹੁਣ ਗੁਰਦੇਵ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਰਾਮਦਾਸ ਦੇ ਕਹਿਣ ਲੱਗੇ ਪੁੱਤਰ ਮਾਇਆ ਦਾ ਲੋਭੀ ਨਾ ਬਣ। ਮਾਇਆ ਦੇ ਜਿਹੜੇ ਲੋਭੀ ਬਣਦੇ ਨੇ ਇੱਥੇ ਨਰਕਾਂ ਨੂੰ ਚਲੇ ਜਾਂਦੇ ਆ, ਤੇ ਕਿੱਥੇ ਸਮਝੇ। ਤੇ ਦੇਖਿਓ ਜਰਾ ਪ੍ਰਮਾਣ, ਕਿਉਂਕਿ ਇਹਦਾ ਸਬੂਤ ਹੈ
ਗੁਰੂ ਗ੍ਰੰਥ ਸਾਹਿਬ ਦੇ ਉੱਤੇ 1200 ਅੰਗ ਦੇ ਉੱਤੇ ਇਹ ਸ਼ਬਦ ਦਰਜ ਹੈ ਜੀ, ਜਿਹਦੇ ਵਿੱਚ ਗੁਰੂ ਰਾਮਦਾਸ ਨੇ ਬਚਨ ਕੀਤੇ ਸੀ। ਕਹਿਣ ਲੱਗੇ, ਪੁੱਤਰ ਤੂੰ ਝਗੜ ਨਾ, ਕਾਹੇ ਪੂਤ ਝਗਰਤ ਹੋ, ਸੰਗ ਬਾਪ ਪਿਓ ਨਾਲ ਕਿਉਂ ਪਿਆ ਲੜਦਾ ਇਸ ਮਾਇਆ ਦੇ ਪਿੱਛੇ, ਕੁਛ ਨਹੀਂ ਪਿਆ ਇੱਥੇ ਆਗੂ ਪੁਣੇ ਚ। ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨਕੇ ਜਣੇ ਵਡੀਰੇ ਤੁਮ ਹੋ, ਤਿਨ ਸਿਓ ਝਗਰਤ ਪਾਪ। ਪੁੱਤਰ ਪਾਪ ਲੱਗਦਾ ਹੈ, ਜਿਹਦੇ ਜੰਮਿਆ ਹੋਇਆ ਜੇ ਉਹਦੇ ਨਾਲ ਲੜੇਗਾ ਤੇ ਇੱਥੇ ਪਾਪ ਲੱਗਦਾ। ਤੂੰ ਕਿਉਂ ਪਿਆ ਝਗੜਦਾ ਹੈ ਆਪਣੇ ਬਾਪ ਦੇ ਨਾਲ। ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ, ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨ ਆਪ, ਖਿਨ ਮੈਂ ਛੋਟ ਜਾਏ ਵਿਖਿਆ ਰਸ, ਤਉ ਲਾਗੈ ਪਛਤਾਪ। ਕਿਉਂਕਿ ਇਹਨੇ ਡਟ ਕੇ ਵਿਰੋਧ ਕੀਤਾ ਸੀ ਗੁਰੂ ਅਰਜਨ ਦੇਵ ਦਾ। ਫਿਰਥੀਏ ਹੁਣ ਗੁਰੂਦੇਵ ਜੀ ਗੁਰੂ ਅਰਜਨ ਦੇਵ ਸਾਹਿਬ ਨੂੰ ਲੈ ਕੇ ਗੋਇੰਦਵਾਲ ਦੀ ਧਰਤੀ ਤੇ ਆ ਗਏ। ਜਦੋਂ ਹੁਣ ਗੋਇੰਦਵਾਲ ਦੀ ਧਰਤੀ ਤੇ ਆਏ, ਗੁਰੂਦੇਵ ਨੇ ਬਾਬਾ ਬੁੱਢਾ ਜੀ ਨੂੰ ਕਿਹਾ, ਕਹਿਣ ਲੱਗੇ, ਬਾਬਾ ਜੀ ਅੱਜ ਤੋਂ ਬਾਅਦ ਮੈਂ ਸੰਖੇਪ ਮਾਤਰ ਚੱਲ ਰਿਹਾ, ਆਪ ਪੂਰਾ ਵਰਣਨ ਨਹੀਂ। ਕਹਿਣ ਲੱਗੇ, ਬਾਬਾ ਜੀ ਅੱਜ ਤੋਂ ਬਾਅਦ ਇਸ ਤਖਤ ਦਾ ਮਾਲਕ ਗੁਰੂ ਅਰਜੁਨ ਹੈ, ਤੇ ਇਸ ਤੋਂ ਬਾਅਦ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪ੍ਰਭਪੁਰ ਪਿਆਨਾ ਕਰ ਗਏ ਜੀ, ਪ੍ਰਭਪੁਰ ਪਿਆਨਾ ਕਰ ਗਏ। ਉਸ ਤੋਂ ਬਾਅਦ ਜਦੋਂ ਪ੍ਰਿਥਵੀ ਨੂੰ ਪਤਾ ਲੱਗਾ, ਕੋਈ ਵਿਦਵਾਨ ਜਨ ਕਹਿੰਦਾ ਵੀ ਭੋਗ ਤੋਂ ਬਾਅਦ ਆਏ ਸੀ, ਕੋ ਕਹਿਣ ਲੱਗਿਆ ਵੀ ਕੋਈ ਵਾਹਵਾ ਸਮੇਂ ਬਾਅਦ ਆਏ ਸੀ। ਪਰ ਦੇਖਿਓ ਜਦੋਂ ਪ੍ਰਿਥਵੀ ਉੱਥੇ ਪਹੁੰਚਿਆ ਹੈ, ਪ੍ਰਿਥਵੀ ਗੋਇੰਦਵਾਲ ਦੀ ਧਰਤੀ ਤੇ ਪਹੁੰਚਿਆ। ਗੋਇੰਦਵਾਲ ਦੀ ਧਰਤੀ ਤੇ ਪਹੁੰਚ ਕੇ ਉੱਥੇ ਵੀ ਇਹਨੇ ਕਲੇਸ਼ ਕੀਤਾ, ਉੱਥੇ ਵੀ ਆ ਬੋਲਿਆ। ਤੇ ਬੋਲਣ ਵਿੱਚ ਸ਼ਬਦ ਕੀ ਕਹੇ ਨੇ, ਕਹਿਣ ਲੱਗੇ, ਆ ਜਿਹੜਾ ਮੇਥੋਂ ਛੋਟਾ ਹੈ। ਅਤੇ ਇੱਕ ਵਿਦਵਾਨ ਜਨ ਕਹਿਣ ਲੱਗੇ, ਸਭ ਤੋਂ ਪਹਿਲਾਂ ਜਦੋਂ ਪ੍ਰਿਥਵੀ ਚੰਦ ਪਹੁੰਚਿਆ ਗੋਇੰਦਵਾਲ ਦੀ ਧਰਤੀ ਤੇ, ਉੱਥੇ ਪਹਿਲਾਂ ਰੋਇਆ ਸੀ। ਇਹਨੇ ਸੋਗ ਜਤਾਇਆ ਵੀ ਮੇਰੇ ਗੁਰਦੇਵ ਪ੍ਰਭਪੁਰ ਪਿਆਨਾ ਕਰ ਗਏ। ਦੂਜੀ ਗੱਲ ਕਹਿਣ ਲੱਗੇ, ਜਿਹੜਾ ਛੋਟਾ ਹੈ ਅਰਜਨ, ਇਸ ਨੇ ਕੀ ਪਤਾ ਮੇਰੇ ਗੁਰਦੇਵ ਨੂੰ ਕੀ ਖਵਾ ਕੇ ਉਹਨਾਂ ਨੂੰ ਇੱਥੋਂ ਰੁਖਸਤੀ ਕਰ ਦਿੱਤੀ, ਭਾਵ ਮਾਰ ਦਿੱਤਾ ਹੈ ਇਸਨੇ। ਆਹ ਸ਼ਬਦ ਵਰਤੇ ਉਹਨੇ। ਕਹਿਣ ਲੱਗੇ, ਮੇਰੇ ਛੋਟੇ ਨੇ ਗੱਦੀ ਦੇ ਲਾਲਚ ਵਿੱਚ ਆ ਕੇ ਮੇਰੇ ਪਿਤਾ ਨੂੰ ਮਾਰ ਦਿੱਤਾ, ਕੀ ਪਤਾ ਕੀ ਖਵਾ ਦਿੱਤਾ ਹੈ, ਹੁਣ ਆਪ ਬਣ ਬੈਠਾ ਹੈ ਗੁਰੂ। ਤੇ ਦੇਖਿਓ ਜਰਾ, ਉਸ ਤੋਂ ਬਾਅਦ ਜਦੋਂ ਪੱਗ ਦੀ ਰਸਮ ਹੁੰਦੀ ਹੈ, ਜਦੋਂ ਪੱਗ ਦੇਣ ਲੱਗਦੇ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ, ਬਾਬਾ ਬੁੱਢਾ ਜੀ ਨੂੰ ਬਚਨ ਸੀ, ਬਾਬਾ ਬੁੱਢਾ ਜੀ ਤੁਸੀਂ ਪੱਗ ਦੇਣੀ ਹੈ ਗੁਰੂ ਅਰਜਨ ਦੇਵ ਨੂੰ। ਪੱਗ ਦੇਣ ਲੱਗੇ ਨੇ ਅਤੇ ਪ੍ਰਿਥਵੀ ਨੇ ਪੱਗ ਪਕੜ ਲਈ ਹੈ। ਪੱਗ ਫੜ ਕੇ ਕਹਿੰਦਾ ਕਿ ਨਹੀਂ, ਇਹਨੂੰ ਕਿੱਧਰ ਪੱਗ ਦੇ ਰਹੇ ਹੋ, ਇਹਦਾ ਜਿਹੜਾ ਹੱਕ ਹੈ ਉਹ ਇਹਦਾ ਹੱਕਦਾਰ ਮੈਂ ਹਾਂ। ਅਤੇ ਭਾਲੇ ਜਿਹੜੇ ਉਹ ਕੁੱਲ ਵਾਲੇ ਨੇ, ਭੱਲੇ ਕੁੱਲ ਵਾਲੇ ਵੀ ਪਹੁੰਚੇ, ਉਹਨਾਂ ਨੇ ਵੀ ਕਿਹਾ, ਕਿਉਂਕਿ ਉਹ ਕਹਿਣ ਲੱਗੇ ਵੀ ਜਿਹੜਾ ਗੱਦੀ ਦਾ ਅਧਿਕਾਰੀ ਹੈ ਉਹ ਵੱਡਾ ਪੁੱਤਰ ਹੀ ਬਣਦਾ ਹੈ, ਛੋਟਾ ਨਹੀਂ। ਇਸ ਦੇ ਪ੍ਰਮਾਣ ਵੀ ਗੁਰੂ ਗ੍ਰੰਥ ਸਾਹਿਬ ਅੰਦਰ ਮਿਲਦੇ ਨੇ। ਹੁਣ ਜਦੋਂ ਇੱਕ ਭੱਟ ਜਨ ਪਹੁੰਚੇ, ਉਹਨਾਂ ਨੇ ਸਿੱਧਾ ਇੱਕ ਬਚਨ ਕਰਿਆ, ਉਹ ਸੀ ਮਥੁਰਾ ਨਾਮ ਦਾ। ਕਹਿਣ ਲੱਗੇ, ਝਗੜੋ ਨਾ, ਤੁਸੀਂ ਕਹਿੰਦੇ ਹੋ ਵੀ ਗੁਰੂ ਅਰਜਨ ਦੇਵ ਸਾਹਿਬ ਨੇ ਧੱਕੇ ਦੇ ਨਾਲ ਗੱਦੀ ਦੇ ਵਾਰਸ ਬਣੇ ਨੇ, ਪਰ ਉਹ ਕਹਿਣ ਲੱਗੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਪਿਓ ਤਤ ਸਿਓ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦੀਓ, ਗੁਰ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਵਾਨ ਪੁਰਖ ਗੁਰੂ ਅਰਜਨ ਪਿਖੋ ਨੈਣ ਪੰਚ। ਕਹਿਣ ਲੱਗੇ, ਪੰਜਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ। ਤੇ ਫਿਰ ਜਦੋਂ ਹਰਬੰਸ ਸਾਹਿਬ ਬੋਲਦੇ ਨੇ, ਹਰਬੰਸ ਭੱਟ ਬੋਲਣ ਲੱਗੇ, ਕਹਿਣ ਲੱਗੇ, ਮੂਰਤ ਪੰਚ ਪ੍ਰਮਾਣ ਪੁਰਖ ਗੁਰੂ ਅਰਜਨ ਪਿਖੋ ਨੈਣ। ਇਹਨਾਂ ਨੇ ਬਚਨ ਕੀਤੇ। ਹੁਣ ਹਰਬੰਸ ਦੇ ਕੀ ਬਚਨ ਨੇ, ਕਹਿਣ ਲੱਗਿਆ, ਅਜੈ ਗੰਗ ਅਟਲ ਸਿੱਖ ਸੰਗਤ ਸਭ ਨਾਵੈ, ਨਿਤ ਪੁਰਾਣ ਬਾਚੀਏ ਵੇਦ ਬ੍ਰਹਮਾ ਮੁਖ ਗਾਵੈ, ਅਚੈ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲੀਓ, ਗੁਰੂ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀਓ।
ਕਹਿਣ ਲੱਗੇ ਪ੍ਰਿਥੀਏ ਕਿਸੇ ਦਾ ਦਿੱਤਾ ਹੋਇਆ ਛਤਰ ਨਹੀਂ ਹੈ। ਗੁਰੂ ਅਰਜਨ ਨੂੰ ਤਾਂ ਛਤਰ ਸਿਰ ਤੇ ਪਰਮੇਸ਼ਰ ਨੇ ਆਪ ਦਿੱਤਾ ਹੈ। ਹੁਣ ਜਦੋਂ ਉੱਥੋਂ ਪ੍ਰਿਥੀਆ ਚਲਾ ਗਿਆ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਸਿੱਖ ਲੈ ਕੇ ਅੰਮ੍ਰਿਤਸਰ ਆ ਗਏ ਨੇ। ਕਿਉਂਕਿ ਹੁਣ ਦੇਖੋ, ਜਦੋਂ ਵਿਰੋਧ ਕਰਦਾ ਹੈ, ਪ੍ਰਿਥੀ ਨੇ ਵਿਰੋਧ ਕੀਤਾ ਵੀ ਗੁਰਦੇਵ ਦੇ ਮਨ ਵਿੱਚ ਪਤਾ ਨਹੀਂ ਕੀ ਸੀ, ਪਤਾ ਨਹੀਂ ਇਹਨੇ ਅਰਜੁਨ ਨੇ ਕੀ ਕਿਹਾ ਵੀ ਉਹ ਚੜ੍ਹਾਈ ਹੋ ਗਈ ਉਹਨਾਂ ਦੀ, ਇੱਥੋਂ ਪ੍ਰਭ ਰੁਪਿਆਨਾ ਕਰ ਗਏ। ਕੀ ਸੀ ਉਹਨਾਂ ਦੇ ਮਨ ਵਿੱਚ? ਅਸਲ ਵਿੱਚ ਜਦੋਂ ਕਲੇਸ਼ ਤਾਂ ਪਹਿਲਾਂ ਕੀਤਾ ਹੀ ਪ੍ਰਿਥੀ ਨੇ ਸੀ, ਫੇਰ ਹੀ ਗੁਰੂ ਸਾਹਿਬ ਦਾ ਦਰ ਘਰ ਛੱਡ ਕੇ ਗੋਇੰਦਵਾਲ ਨੂੰ ਗਏ ਸੀ ਜੀ। ਜਦੋਂ ਵਾਪਸ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇੱਥੇ ਆ ਕੇ ਸਰੋਵਰ ਦੀ ਸੇਵਾ ਕਰਵਾਉਂਦੇ ਆ। ਸਰੋਵਰ ਤੋਂ ਜਿਹੜੀ ਮਿੱਟੀ ਨਿਕਲਦੀ, ਹੁਣ ਜਰਾ ਦੇਖਿਓ, ਜਦੋਂ ਆਪਾਂ ਅਕਾਲ ਤਖਤ ਸਾਹਿਬ ਨੂੰ ਜਾਂਦੇ ਹਾਂ, ਉੱਥੇ ਇੱਕ ਹੈ ਕੋਠਾ ਸਾਹਿਬ। ਉਹ ਕੋਠਾ ਸਾਹਿਬ ਦੀ ਉਸਾਰੀ ਉਦੋਂ ਕੀਤੀ ਗਈ ਸੀ ਅੰਮ੍ਰਿਤ ਸਰੋਵਰ ਦੀ। ਜਦੋਂ ਮਿੱਟੀ ਕੱਢੀ ਗਈ, ਉਸ ਮਿੱਟੀ ਨੂੰ ਤਿਆਰ ਕਰਕੇ ਉਸ ਕੋਠੇ ਦੀ ਉਸਾਰੀ ਕੀਤੀ ਤੇ ਬੇਨਤੀ ਸੀ ਬਾਬਾ ਬੁੱਢਾ ਤੇ ਸਿੱਖਾਂ ਦੇ, ਕਹਿਣ ਲੱਗੇ ਗੁਰਦੇਵ ਜੀ ਤੁਸੀਂ ਇੱਥੇ ਬਹਿਣਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਰਹਿੰਦੇ। ਹੁਣ ਜਿਹੜੇ ਸਾਰੇ ਦੇ ਸਾਰੇ ਮਸੰਦ ਸੀ, ਉਹਨਾਂ ਨੂੰ ਸਿਖਾਇਆ ਇਹੋ ਜਿਹਾ ਸੀ ਵੀ ਗੁਰੂ ਤੁਹਾਡਾ ਪ੍ਰਿਥੀ ਚੰਦ ਹੀ, ਅਰਜੁਨ ਨਹੀਂ। ਸੰਗਤ ਜਿਹੜੀ ਵੀ ਸੰਗਤ ਦਾ ਚੜਾਵਾ ਹੁੰਦਾ ਹੈ, ਸਾਰੇ ਦੇ ਸਾਰੇ ਸੰਗਤ ਦਾ ਚੜਾਵਾ ਉਹ ਮਸੰਦ ਇਕੱਠਾ ਕਰਕੇ ਪ੍ਰਿਥੀ ਕੋਲ ਲੈ ਜਾਂਦੇ ਨੇ। ਜਦੋਂ ਪ੍ਰਸ਼ਾਦੇ ਦੀ ਗੱਲ ਆਉਂਦੀ ਹੈ, ਉਦੋਂ ਗੁਰੂ ਅਰਜਨ ਦੇਵ ਸਾਹਿਬ ਕੋਲ ਭੇਜ ਦਿੰਦੇ ਨੇ ਸੰਗਤ ਨੂੰ। ਸਾਰੇ ਦਾ ਸਾਰਾ ਚੜਾਵਾ ਅਸਲ ਵਿੱਚ ਗੁਰੂ ਘਰ ਕਿਸੇ ਹਕੂਮਤ ਦੀ ਜਗ੍ਹਾ ਨਹੀਂ, ਗੁਰੂ ਘਰ ਕੇਵਲ ਸੇਵਾ ਦੀ ਜਗ੍ਹਾ ਹੈ। ਜੇ ਕੋਈ ਕਰ ਜਾਏ ਉਹ ਤਰ ਜਾਏ। ਅਸਲ ਵਿੱਚ ਜਿਹੜਾ ਇੱਥੇ ਹਕਾਰ ਕਰਕੇ ਹਕੂਮਤ ਸਮਝੇ ਉਹ ਸਹਿਜੇ ਨਹੀਂ, ਉਹ ਇੱਥੇ ਮਰ ਜਾਏ। ਤੇ ਦੇਖਿਓ ਜਰਾ, ਹੁਣ ਭਾਈ ਗੁਰਦਾਸ ਜੀ ਆ ਪ੍ਰਚਾਰ ਕਰਨ ਗਏ ਹੋਏ ਨੇ ਬਾਹਰ, ਪ੍ਰਚਾਰ ਕਰਨ ਗਏ ਗੁਰਦੇਵ। ਇਹਨਾਂ ਦੇ ਮਾਮਾ ਜੀ ਗੁਰੂ ਅਰਜਨ ਦੇਵ ਸਾਹਿਬ ਨੇ। ਅਰਜਨ ਦੇਵ ਸਾਹਿਬ ਜੀ ਦੇ ਮਾਮਾ ਜੀ ਭਾਈ ਗੁਰਦਾਸ ਜੀ ਪ੍ਰਚਾਰ ਕਰਕੇ ਜਦੋਂ ਪਹਿਲਾਂ ਗੋਇੰਦਵਾਲ ਆਏ, ਪਤਾ ਲੱਗਿਆ ਵੀ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤਸਰ ਵਿੱਚ ਵਸ ਰਹੇ ਨੇ। ਉੱਥੇ ਜਾ ਕੇ ਜਦੋਂ ਲੰਗਰ ਵਿੱਚ ਬੈਠੇ ਜਦੋਂ ਹੁਣ ਹੱਥਾਂ ਵਿੱਚ ਸੇਵਾਦਾਰ ਨੇ ਪ੍ਰਸ਼ਾਦਾ ਪਕੜਾਇਆ, ਉਹ ਸੀ ਸੁੱਕਾ ਪ੍ਰਸ਼ਾਦਾ। ਕਿਉਂਕਿ ਜਿਹੜੀ ਰਸਤਾ ਬਸਤਾ ਆਦਿਕ ਮਾਇਆ ਜਿੰਨੀ ਵੀ ਭੇਟਾ ਸੀ, ਪ੍ਰਿਥੀਆ ਲੈ ਜਾਂਦਾ ਸੀ। ਜਦੋਂ ਗੁਰਦੇਵ ਦੇ ਮਾਮਾ ਜੀ ਭਾਈ ਗੁਰਦਾਸ ਦੀ ਛਕਣ ਲੱਗੇ ਤੇ ਜਦੋਂ ਛਕ ਕੇ ਪ੍ਰਸ਼ਾਦਾ ਗੁਰਦੇਵ ਕੋਲੇ ਗਏ ਨੇ, ਤੇ ਹੈ ਜਿਹੜੇ ਰਿਸ਼ਤੇਦਾਰੀ ਦੇਖੀਏ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭਾਈ ਗੁਰਦਾਸ ਜੀ ਦੇ ਭਾਣਜੇ ਲੱਗਦੇ ਨੇ। ਆ ਮਾਮਾ ਹੈ ਇਹਨਾਂ ਦਾ। ਫਿਰ ਦੀ ਅਦਬ ਨਹੀਂ ਭੁੱਲਣਾ ਚਾਹੀਦਾ ਅਸ ਵਿੱਚ, ਜਿਸ ਵਿੱਚ ਗੁਰੂ ਨਾਨਕ ਦੀ ਜੋਤ ਹੈ। ਹੱਥ ਜੋੜ ਕੇ ਕਿਹਾ, ਗੁਰਦੇਵ ਜੀ ਨਮਸਕਾਰ, ਪਰ ਤੱਕੋ ਤਾਂ ਜਰਾ ਲੰਗਰ ਦੀ ਹਾਲਤ ਪਤਲੀ ਕਿਉਂ ਹੈ? ਲੰਗਰ ਦੀ ਹਾਲਤ ਪਤਲੀ ਕਿਉਂ ਗੁਰਦੇਵ? ਤੇ ਗੁਰਦੇਵ ਦੇ ਜਿਹੜੇ ਨੈਣ ਸਨ ਉਹ ਅੱਖਾਂ ਛਲਕੀਆਂ ਤੇ ਕਹਿਣ ਲੱਗੇ, ਨਾ ਭਾਈ ਗੁਰਦਾਸ ਜੀ, ਪਰਮਾਤਮਾ ਦੀਆਂ ਖੇਡਾਂ ਨੇ ਸਭ, ਉਲਾਂਭਾ ਨਹੀਂ ਕਿਸੇ ਨੂੰ। ਕਹਿਣ ਲੱਗੇ ਪਰਮਾਤਮਾ ਨੇ ਖੇਡਾਂ ਨੇ ਸਭ, ਹਿਰਦੇ ਨਾਮ ਹੋਣਾ ਚਾਹੀਦਾ ਹੈ। ਇੱਥੇ ਸੁੱਕਾ ਪ੍ਰਸ਼ਾਦਾ ਖਾ ਕੇ ਪੁੰਜੇ ਪੈ ਕੇ ਵੀ ਸਮਾਂ ਪਾਸ ਹੋ ਸਕਦਾ। ਅਸਲ ਵਿੱਚ ਰਾਜਾ ਹੈ ਹੀ ਉਹ ਜਿਹਦੇ ਹਿਰਦੇ ਅੰਦਰ ਨਾਮ ਹੈ। ਜਦੋਂ ਹੁਣ ਪ੍ਰਿਥੀ ਨੇ ਪੱਗ ਨੂੰ ਹੱਥ ਪਾਇਆ ਸੀ, ਉਦੋਂ ਕਿਹਾ ਭਾਈ ਬੁੱਢਾ ਜੀ ਨੇ, ਬਾਬਾ ਬੁੱਢਾ ਜੀ ਕਹਿਣ ਲੱਗੇ ਪ੍ਰਿਥੀ ਹੱਕਦਾਰ ਗੁਰੂ ਅਰਜਨ ਦੇਵ ਸਾਹਿਬ ਨੇ, ਤੁਸੀਂ ਨਹੀਂ, ਕਿਉਂਕਿ ਛਤਰ ਸਿਰ ਗੁਰੂ ਰਾਮਦਾਸ ਸਾਹਿਬ ਜੀ ਅਰਜਨ ਨੂੰ ਦੇ ਕੇ ਗਏ ਨੇ। ਉਦੋਂ ਵੀ ਗੁਰੂ ਅਰਜਨ ਦੇਵ ਸਾਹਿਬ ਨੇ ਇੱਕ ਸ਼ਬਦ ਉਚਾਰਿਆ ਸੀ ਜੀ, ਉਹ ਸ਼ਬਦ ਸੀ, ਕਹਿਣ ਲੱਗੇ ਨਾ ਬਾਬਾ ਬੁੱਢਾ ਜੀ ਦੇ ਦੋ ਇਹਨੂੰ ਪੱਗ ਜੇ ਲੈ ਕੇ ਜਾਂਦਾ ਹੈ। ਕਿਉਂ ਗੁਰਦੇਵ? ਕਹਿਣ ਲੱਗੇ ਮੇਰੇ ਗੁਰਦੇਵ ਕੋਲ ਇੱਕ ਗਦਾ ਹੈ, ਹੱਥਾਂ ਵਿੱਚ ਇੱਕ ਖੰਡਾ ਪਕੜਿਆ ਹੋਇਆ। ਉਹ ਸ਼ਬਦ ਸੀ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਣ ਛਾਰੀ। ਕਹਿਣ ਲੱਗੇ ਗਰੀਬੀ ਅਤੇ ਨਿਮਰਤਾ, ਹੇ ਭਾਈ ਸੁਬਾਹੀ ਮੇਰੇ ਪਾਸ ਇੱਕ ਗੁਰਜ ਹੈ। ਤੇ ਦੂਜਾ ਬਚਨ ਕੀਤਾ ਸੀ, ਖੰਨਾ ਸਗਲ ਰੇਣ ਛਾਰੀ, ਲੈ ਜਾਣ ਦੋ ਪੱਗ ਨੂੰ ਜੇ ਲੈ ਕੇ ਜਾਂਦਾ ਹੈ। ਕਹਿਣ ਲੱਗੇ ਸਭ ਦੀ ਚਰਨ ਦੀ ਧੂੜ ਬਣੇ ਰਹਿਣਾ ਹੀ ਮੇਰੇ ਹੱਥ ਇੱਕ ਖੰਡਾ ਹੈ। ਤੇ ਇੱਥੇ ਜਦੋਂ ਭਾਈ ਗੁਰਦਾਸ ਨੂੰ ਆਹ ਗੱਲ ਪਤਾ ਲੱਗੀ ਹੈ, ਭਾਈ ਗੁਰਦਾਸ ਲੈ ਕੇ ਬਾਬਾ ਬੁੱਢਾ ਨੂੰ
ਹੁਣ ਤੱਕੀ ਜਿੱਥੇ ਪਿਪਲੀ ਸਾਹਿਬ ਹੈ ਜੀ, ਭਾਈ ਬੁੱਢਾ ਜੀ, ਬਾਬਾ ਬੁੱਢਾ ਜੀ ਦੇ ਭਾਈ ਗੁਰਦਾਸ ਜੀ ਦੋਨੇ ਹੀ ਇੱਥੇ ਆਏ ਨੇ। ਉੱਥੇ ਦੋਨੇ ਆ ਕੇ ਸੱਚ ਦੀ ਸੰਗਤ ਕਰੀ। ਅਸਲ ਵਿੱਚ ਦੇਖਿਓ, ਉਦੋਂ ਸਿੱਖੀ ਦੇ ਥੰਮ ਜਿਹੜੇ ਬਣੇ ਸਨ, ਬਾਬਾ ਬੁੱਢਾ ਜੀ ਦਾ ਬੋਲ ਅਤੇ ਭਾਈ ਗੁਰਦਾਸ ਸਾਹਿਬ ਜੀ ਦਾ, ਉਹਨਾਂ ਦੀ ਕਲਮ, ਤੇ ਉਹਨਾਂ ਨੇ ਬਚਨ ਕੀਤਾ। ਕਹਿਣ ਲੱਗੇ ਦੇਖੋ ਤੇ ਜ਼ਰਾ ਲੋਗੋ, ਗੁਰੂ ਨਾਨਕ ਦੀ ਜੋਤ ਗੁਰ ਅੰਗਦ ਅੰਦਰ, ਗੁਰ ਅਮਰਦਾਸ ਅੰਦਰ, ਗੁਰੂ ਰਾਮਦਾਸ ਅੰਦਰ, ਹੁਣ ਸੁਭਾਇਮਾਨ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਅੰਦਰ। ਉਹਨਾਂ ਨੇ ਉੱਥੇ ਇੱਕ ਬੜੇ ਸੋਹਣੇ ਸ਼ਬਦ ਉਚਾਰੇ ਸੀ ਅਤੇ ਇਹਦੇ ਲਈ ਕਿਹਾ ਸੀ ਵੀ ਤੂੰ ਮੀਣਾ ਹੈ। ਪ੍ਰਿਥੀ ਲਈ ਸ਼ਬਦ ਉਚਾਰਿਆ ਸੀ, ਤੂੰ ਹੈ ਗੁਰੂਆਂ ਦਾ ਪੁੱਤਰ ਹੀ। ਪਰ ਦੇਖੋ, ਜਿਹੜੀ ਮਨ ਵਿੱਚ ਮਾਇਆ ਦੀ ਸੜਾਂਧ ਬੰਦੇ ਨੂੰ ਬਦਲ ਕੇ ਰੱਖ ਦਿੰਦੀ ਹੈ ਜੀ। ਤੇ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਸ਼ਹਿਰ ਤੋਂ ਨਿਕਲਿਆ ਕਿ ਗਿੱਦੜ, ਜੰਗਲ ਤੋਂ ਆਇਆ ਗਿੱਦੜ, ਉਹ ਸ਼ਹਿਰ ਵਿੱਚ ਵੜ ਗਿਆ। ਸ਼ਹਿਰ ਵਿੱਚ ਜਦੋਂ ਵੜਿਆ ਤੇ ਇੱਕ ਲਲਾਰੀ ਨੇ ਮੱਟ ਨੀਲੇ ਰੰਗ ਦਾ ਘੋਲ ਕੇ ਰੱਖਿਆ ਸੀ। ਉਹਨਾਂ ਦੇ ਸ਼ਬਦ ਨੇ ਜੀ ਉੱਥੇ, ਕਹਿਣ ਲੱਗੇ ਲਲਾਰੀ ਨੇ ਮੱਟ ਨੀਲੇ ਰੰਗ ਦਾ ਘੋਲ ਕੇ ਰੱਖਿਆ। ਜਦੋਂ ਕਹਿੰਦੇ ਆਹ ਭੱਜਿਆ ਹੋਇਆ ਗਿੱਦੜ ਕਿਵੇਂ ਨਾ ਕਿਵੇਂ ਕਰਕੇ ਕਹਿੰਦੇ ਆਹ ਲਲਾਰੀ ਦੇ ਨੀਲੇ ਰੰਗ ਦੇ ਮੱਟ ਵਿੱਚ ਡਿੱਗ ਪਿਆ। ਜਦੋਂ ਨੀਲੇ ਰੰਗ ਦੇ ਮੱਟ ਵਿੱਚ ਡਿੱਗਿਆ, ਬਾਹਰ ਆਇਆ ਤੇ ਸਾਰੇ ਦੇ ਸਾਰਾ ਨੀਲਾ ਹੋ ਗਿਆ। ਜਦੋਂ ਗਿੱਦੜ ਕਹਿੰਦਾ ਪਾਣੀ ਪੀਣ ਗਿਆ, ਇਹਨੇ ਤੱਕਿਆ ਜਦੋਂ ਪਾਣੀ ਵੱਲ, ਆਪਣਾ ਜਦੋਂ ਸਰੀਰ ਦੇਖਿਆ ਸਾਰੇ ਦਾ ਸਾਰਾ ਨੀਲਾ ਹੋ ਗਿਆ ਹੈ। ਜਦੋਂ ਜੰਗਲ ਵਿੱਚ ਗਿਆ, ਜੰਗਲ ਵਿੱਚ ਜਾ ਕੇ ਸਾਰੇ ਦੇ ਸਾਰੇ ਜਾਨਵਰਾਂ ਨੂੰ ਇਹਨੇ ਦ੍ਰਿੜ ਕਰਵਾ ਦਿੱਤਾ ਵੀ ਮੈਂ ਹਾਂ ਨੀਲਮ ਸ਼ੇਰ। ਤੇ ਸਾਰੇ ਦੇ ਸਾਰੇ ਕਹਿੰਦੇ ਜਾਨਵਰਾਂ ਤੋਂ ਡਰਨ ਲੱਗ ਪਏ। ਸਾਰੇ ਦੇ ਸਾਰੇ ਜਾਨਵਰ ਕਹਿੰਦੇ ਗਿੱਦੜ ਤੋਂ ਡਰੇ ਨੇ। ਸਾਰੇ ਜਾਨਵਰ ਕਹਿੰਦੇ ਵੀ ਇਹ ਨੀਲਮ ਸ਼ੇਰ ਹੈ। ਕਹਿਣ ਲੱਗੇ ਉੱਤੇ ਸ਼ੇਰ ਵੀ ਇਹ ਤੋਂ ਡਰੇ ਵੀ ਨੀਲਮ ਸ਼ੇਰੇ ਤੋਂ ਡਰ ਕੇ ਰੋ। ਸਾਰਾ ਦਿਨ ਤਾਂ ਕਹਿੰਦੇ ਇਹਦਾ ਹਕੂਮਤ ਵਿੱਚ ਬੀਤ ਗਿਆ ਸੀ। ਆ ਸਾਰੇ ਦੇ ਸਾਰਾ ਸ਼ਬਦ ਦੇਖਿਓ, ਢੁਕਦਾ ਹੈ ਉਹਨਾਂ ਲਈ ਜਿਹੜਾ ਹਕੂਮਤ ਸਮਝੇ ਨੇ ਇਸ ਚੀਜ਼ ਨੂੰ। ਹਕੂਮਤ ਨਹੀਂ ਹੈ, ਸੇਵਾ ਦੀ ਜਗ੍ਹਾ, ਪ੍ਰਿਥੀ ਨੂੰ ਪ੍ਰਮਾਣ। ਤੇ ਜਦੋਂ ਕਹਿਣ ਲੱਗੇ ਸਾਰਾ ਦਿਨ ਉਹਦਾ ਹਕੂਮਤ ਵਿੱਚ ਬੀਤ ਗਿਆ। ਜਦੋਂ ਸ਼ਾਮਾਂ ਬੱਧੀ ਹੋਈ ਹੈ, ਇਹਦੇ ਨਾਲ ਜਿਹੜੇ ਸਾਥੀ ਨੇ ਗਿੱਦੜ ਨੇ, ਉਹਨਾਂ ਨੇ ਉੱਚੀ ਜਦੋਂ ਕੂਕ ਮਾਰੀ ਤੇ ਇਸ ਗਿੱਦੜ ਦੇ ਵੀ ਕੂਕ ਨਿਕਲ ਗਈ। ਦੂਜੇ ਜਾਨਵਰਾਂ ਨੇ ਦੇਖਿਆ ਵੀ ਨੀਲਮ ਸ਼ੇਰ, ਸਾਨੂੰ ਇਹਨੇ ਕਮਲਾ ਬਣਾ ਰੱਖਿਆ ਸੀ, ਨੀਲਮ ਸ਼ੇਰ ਨਹੀਂ ਅਸਲ ਵਿੱਚ ਹੈ ਆ ਗਿੱਦੜ। ਤੇ ਉਹਨਾਂ ਸਾਰੇ ਜਾਨਵਰਾਂ ਨੇ ਕਹਿੰਦੇ ਇਕੱਠੇ ਹੋ ਕੇ ਇਹਨੂੰ ਪਾੜ ਦਿੱਤਾ। ਸ਼ਬਦ ਸੀ ਨਿਲਾਰੀ ਦੇ ਮੱਟ ਵਿੱਚ ਪੈ ਗਿੱਦੜ ਰਿੱਤਾ, ਜੰਗਲ ਅੰਦਰ ਜਾਏ ਕੇ ਪਾਖੰਡ ਕਮੱਤਾ, ਦਰ ਸੇਵੈ ਮਿਰਗਾਵਲੀ ਹੋਏ ਬਹਿ ਅਵਿਤਾ, ਕਹਿ ਹਕੂਮਤ ਅਗਲੀ ਕੂੜੈ ਮਤ ਮੱਤਾ, ਬੋਲਣ ਪਾਜ ਉਘਾੜਿਆ ਜੋ ਮੂਲੀ ਪੱਤਾ। ਕਹਿਣ ਲੱਗੇ ਜਦੋਂ ਮੂਲੀ ਖਾ ਕੇ ਬੰਦਾ ਕਹਿਣ ਲੱਗੇ ਵੀ ਮੈਂ ਕੁਝ ਖਾਧਾ, ਜਦੋਂ ਡਕਾਰ ਆਏ ਤੇ ਪਤਾ ਲੱਗ ਜਾਂਦਾ ਵੀ ਇਹਨੇ ਖਾਧੀ ਹੈ। ਕਰੈ ਹਕੂਮਤ ਅਗਲੀ ਕੂੜੈ ਮਦ ਮੱਤਾ, ਬੋਲਣ ਪਾਜ ਉਘਾੜਿਆ ਜੋ ਮੂਲੀ ਪੱਤਾ, ਤੋ ਦਰਗਹਿ ਮੀਣਾ ਮਾਰੀਐ ਕਰ ਕੂੜ ਕਮਿੱਤਾ। ਕਹਿਣ ਲੱਗੇ ਕੂੜਾ ਹੈ ਤੂੰ। ਜਿਵੇਂ ਉਹ ਗਿੱਦੜ ਪਕੜਿਆ ਗਿਆ, ਕਹਿਣ ਲੱਗੇ ਇੱਥੇ ਸੱਚ ਰਹਿ ਜਾਂਦਾ ਹੈ, ਕੂੜੇ ਗਿੱਦੜ ਨਹੀਂ ਚੱਲਦੇ। ਅਸਲ ਵਿੱਚ ਹਕੂਮਤ ਚੱਲਦੀ ਹੀ ਸੱਚੇ ਸ਼ੇਰ ਦੀ ਹੈ। ਉਹ ਤੂੰ ਨੀਲਮ ਗਿੱਦੜ ਬਣਿਆ ਫਿਰਦਾ। ਅਸਲ ਵਿੱਚ ਨੀਲਮ ਸ਼ੇਰ ਜਦੋਂ ਪਤਾ ਲੱਗ ਗਿਆ, ਉਹਨਾਂ ਜਾਨਵਰਾਂ ਨੇ ਚੀਰ ਦਿੱਤਾ ਸੀ ਉਸ ਨੂੰ। ਅਗਲੇ ਬਚਨ ਵਿੱਚ ਕਹਿਣ ਲੱਗੇ ਦੇਖ ਹਰ ਚੰਦੌਰੀ ਦੇਖ ਕੇ ਕਰਦੇ ਪ੍ਰਵਾਸਾ, ਹਰੀ ਚੰਦੀ ਨਗਰੀ ਅਰਥਾਤ ਧੂਏ ਧਾਰ, ਨਗਰ ਦੇ ਅੰਗਾਰ ਵਾਂਗੂ ਵਿਗੜੇ ਭਰੋਸਾ ਕਰਦੇ ਨੇ ਕਿ ਇਹ ਸੱਚਾ ਨਗਰ ਵਸਦਾ ਹੈ। ਫਿਰ ਦੂਜਾ ਉਹਨਾਂ ਨੇ ਬਚਨ ਕੀਤਾ ਥਲ ਵਿੱਚ ਤਪਨ ਭੱਠੀਆਂ ਕਿਉਂ ਲਹਿ ਪਿਆਸਾ, ਸੋਹਣੇ ਰਾਜ ਕਮਾਈਏ ਕਰ ਭੋਗ ਬਿਲਾਸਾ, ਛਾਇਆ ਬਿਰਖ ਨਾ ਰਹਿ ਤੇਰੇ ਪੂਜੈ ਕਿਉਂ ਆਸਾ, ਬਾਜੀਗਰ ਦੀ ਖੇਡ ਜਿਉ ਸਭ ਕੂੜ ਤਮਾਸ਼ਾ, ਰਲੈ ਸੋ ਸੰਗਤ ਮੀਣੀਆਂ ਉੱਠ ਚੱਲੈ ਨਿਰਾਸਾ। ਇਹ ਸ਼ਬਦ ਦੀ ਜਦੋਂ ਵਿਆਖਿਆ ਹੈ ਆਪਾਂ ਅੰਮ੍ਰਿਤ ਵੇਲੇ ਗੁਰੂ ਕਿਰਪਾ ਕਰੇ ਫੇਰ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਇੱਥੋਂ ਤੱਕ ਗੁਰਦੇਵ ਦਾ ਸੰਖੇਪ ਜੀਵਨ ਮਾਤਰ ਆਪਾਂ ਅਰਜ ਕੀਤਾ ਹੈ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਤੂੰ ਕਹਿਣਾ ਗਰੀਬੀ, ਤੇਰੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸਿਮਰਨਾ ਕਰੀ। ਜਿਹੜਾ ਕਹਿਣ ਲੱਗੇ ਗਰੀਬੀ ਹੀ ਮੇਰੀ ਗਦਾ ਹੈ। ਕਹਿਣ ਲੱਗੇ ਆ ਸਾਰਿਆਂ ਦੀ ਚਰਨ ਧੂੜੀ ਹੀ ਰਹਿਣਾ ਮੇਰੇ ਹੱਥ ਵਿੱਚ ਖੰਡਾ ਹੈ। ਇੰਨੀਆਂ ਕੁ ਬੇਨਤੀਆਂ ਜੀ ਪ੍ਰਵਾਨ ਕਰਿਓ। ਹੋਈਆਂ ਭੁੱਲਾਂ ਦੀ ਖਿਮਾ, ਗਲਤੀਆਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।